ਸੋ ਗੱਲ ਕਰਾਂਗੇ ਜਿਹੜੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਨੇ ਇਸ ਟਾਈਮ ਕਿਸ ਤਰੀਕੇ ਦੇ ਨਾਲ ਜਾ ਸਕਦੇ ਨੇ, ਕਿਹੜੇ ਰੂਲਸ ਉਹਨਾਂ ਨੂੰ ਫੋਲੋ ਕਰਨੇ ਪੈਣਗੇ, ਜਾਂ ਫਿਰ ਨਵੀਆਂ ਅਪਡੇਟਸ ਤੋਂ ਬਾਅਦ ਹੁਣ ਕਿਹੜੇ ਸਟੂਡੈਂਟ ਹੈਗੇ ਨੇ ਜਿਨ੍ਹਾਂ ਨੂੰ ਕੈਨੇਡਾ ਦਾ ਵੀਜ਼ਾ ਮਿਲ ਪਾਏਗਾ, ਇਸ ਬਾਰੇ ਅਸੀਂ ਗੱਲ ਕਰਾਂਗੇ। ਸੋ ਜੇਕਰ ਤੁਸੀਂ ਆਸਟ੍ਰੇਲੀਆ ਵੀ ਜਾਣਾ ਹੈਗਾ, ਉਹਨਾਂ ਸਟੂਡੈਂਟਸ ਦੀ ਗੱਲ ਵੀ ਅੱਜ ਦੇ ਸ਼ੋਅ ਦੇ ਵਿੱਚ ਹੋਏਗੀ ਜਿਹੜੇ ਬੱਚੇ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ। ਆਸਟ੍ਰੇਲੀਆ ਨੂੰ ਲੈ ਕੇ ਕਾਫੀ ਜ਼ਿਆਦਾ ਰਿਸਕੀ ਜਿਹਾ ਮੈਟਰ ਹਮੇਸ਼ਾ ਰਹਿੰਦਾ, ਬੱਚਾ ਹਮੇਸ਼ਾ ਕਨਫਿਊਜ਼ ਰਹਿੰਦਾ ਕਿ ਮੈਂ ਜਾ ਪਾਵਾਂਗਾ ਨਹੀਂ ਜਾ ਪਾਵਾਂਗਾ, ਕਿੰਨੇ ਕੁ ਬੈਂਡਸ ਹੋਣੇ ਚਾਹੀਦੇ ਨੇ। ਕਈ ਵਾਰੀ ਫਰੈਸ਼ ਪਾਸ ਆਊਟ ਬੱਚਾ ਵੀ ਡਰ ਜਾਂਦਾ ਆਸਟ੍ਰੇਲੀਆ ਅਪਲਾਈ ਕਰਨ ਤੋਂ। ਇਸ ਬਾਰੇ ਵੀ ਗੱਲ ਕਰਾਂਗੇ ਕਿ ਹੁਣ ਕਿਸ ਤਰ੍ਹਾਂ ਆਸਟ੍ਰੇਲੀਆ ਵੀਜ਼ਾ ਦੇ ਰਿਹਾ ਤੇ ਕਿੰਨਾ ਬੱਚਿਆਂ ਨੂੰ ਦੇ ਰਿਹਾ। ਸੋ ਇਹ ਸਾਰੀ ਜਾਣਕਾਰੀ ਦੇਣ ਲਈ ਜੋ ਐਕਸਪਰਟ ਮੇਰੇ ਨਾਲ ਹੋਣਗੇ ਉਹ ਹੋਣਗੇ ਵਰਡ ਐਜੂਕੇਸ਼ਨ ਐਡਵਾਈਜ਼ਰਸ ਤੋਂ ਮੈਡਮ ਇੰਦਰਪ੍ਰੀਤ ਕੌਰ ਜੀ, ਪਟਿਆਲਾ ਦੇ ਵਿੱਚ ਇਹਨਾਂ ਦਾ ਆਫਿਸ ਹੈ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਹੈਲੋ ਮੈਮ, ਵੈਲਕਮ ਟੂ ਦ ਸ਼ੋ। ਹੈਲੋ, ਥੈਂਕ ਯੂ। ਸੋ ਸਟੂਡੈਂਟਸ ਧਿਆਨ ਦੇ ਨਾਲ ਸ਼ੋਅ ਸੁਣਨਾ, ਕਿਉਂਕਿ ਤੁਹਾਡੀ ਗੱਲ ਹੋਣ ਵਾਲੀ ਆ। ਪੇਰੈਂਟਸ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਵੀ ਮੈਂ ਇਹੀ ਕਹਾਂਗੀ ਕਿ ਤੁਸੀਂ ਵੀ ਸ਼ੋਅ ਨੂੰ ਧਿਆਨ ਦੇ ਨਾਲ ਸੁਣਿਆ ਕਰੋ ਤਾਂ ਕਿ ਬੱਚਿਆਂ ਨੂੰ ਤੁਸੀਂ ਗਾਈਡ ਕਰ ਪਾਓ ਜਦੋਂ ਉਹਨਾਂ ਨੇ ਆਪਣਾ ਵੀਜ਼ਾ ਅਪਲਾਈ ਕਰਨਾ। ਨੰਬਰ ਫਲੈਸ਼ ਹੋ ਰਹੇ ਨੇ, ਨੋਟ ਕਰ ਲਓ। ਤੁਸੀਂ ਕੋਈ ਵੀ ਸਵਾਲ ਤੁਹਾਡਾ ਹੈਗਾ, ਕਿਸੇ ਵੀ ਕੰਟਰੀ 'ਚ ਜਾਣਾ ਚਾਹੁੰਦੇ ਹੋ, ਮੈਮ ਦੇ ਨਾਲ ਗੱਲ ਕਰਨਾ ਚਾਹੁੰਦੇ ਹੋ, ਇਹਨਾਂ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਜੇਕਰ ਹੁਣ ਮੈਂ ਸ਼ੁਰੂਆਤ ਕੈਨੇਡਾ ਤੋਂ ਹੀ ਕਰਾਂਗੀ, ਹੈ ਨਾ। ਕੈਨੇਡਾ ਨਵੇਂ ਰੂਲਸ ਆ ਗਏ ਨੇ। ਹੁਣ ਕਿਹੜਾ ਬੱਚੇ ਨੂੰ ਤੁਸੀਂ ਐਡਵਾਈਜ਼ ਕਰੋਗੇ ਕਿ ਹਾਂਜੀ ਇਹ ਬੱਚਾ ਹੁਣ ਕੈਨੇਡਾ ਵਾਸਤੇ ਅਪਲਾਈ ਕਰ ਸਕਦਾ? ਮੀਨ ਅਗਰ ਮੈਂ ਐਲੀਜੀਬਿਲਿਟੀ ਕ੍ਰਾਈਟੇਰੀਆ ਦੀ ਗੱਲ ਕਰਾਂ, ਔਰ ਇਹਦੇ ਵਿੱਚ ਮੇਰਾ ਸਵਾਲ ਦੂਸਰਾ ਇਹ ਰਹੇਗਾ ਕਿਉਂਕਿ ਅਸੀਂ ਇੱਕ ਤਾਂ ਗੱਲ ਕਰਦੇ ਹਾਂ ਕਿ ਮੈਕਸ ਟੂ ਮੈਕ ਬੱਚਾ ਜਿੰਨੇ ਮਰਜ਼ੀ ਵਧੀਆ ਨੰਬਰ ਹੈ ਉਹ ਤਾਂ ਕਰ ਹੀ ਸਕਦਾ ਅਪਲਾਈ। ਮੈਂ ਮਿਨੀਮਮ ਕ੍ਰਾਈਟੇਰੀਆ ਦੀ ਗੱਲ ਕਰਾਂਗੀ। ਮਿਨੀਮਮ ਬੈਂਡਸ ਕਿੰਨੇ ਹੋਣੇ ਚਾਹੀਦੇ ਨੇ, ਪਰਸੈਂਟੇਜ ਕਿੰਨੀ ਹੋਣੀ ਚਾਹੀਦੀ ਹੈ ਬੱਚੇ ਦੀ? ਬਿਲਕੁਲ। ਸੋ ਕੈਨੇਡਾ ਲਈ ਜਦੋਂ ਸਟੂਡੈਂਟ ਪਹਿਲਾਂ ਅਪਲਾਈ ਕਰਦਾ ਸੀ, ਸਟੂਡੈਂਟ ਨੂੰ ਇਹ ਸੀ ਕਿ ਮੈਨੂੰ ਆਇਲਸ ਸਕੋਰ ਲੈਣਾ ਪਏਗਾ। ਆਪਾਂ ਦੇਖ ਸਕਦੇ ਹਾਂ 10th ਅਗਸਤ ਤੋਂ ਜਿਵੇਂ ਅਪਡੇਸ਼ਨਸ ਆਈਆਂ, 4 ਨਵੇਂ ਇੰਗਲਿਸ਼ ਲੈਂਗੁਏਜ ਟੈਸਟ ਅਸੈਪਟੇਬਲ ਹੋਏ ਆ, ਜਿਨ੍ਹਾਂ ਵਿੱਚ PT, ਸੈਲਪਿਪ, CAL ਐਂਡ ਟੋਫਲ ਹੈ। ਸੋ ਸਟੂਡੈਂਟ ਚਾਹੇ PT ਕਰ ਰਹੇ ਹੋ, ਚਾਹੇ ਤੁਸੀਂ ਸੈਲਪਿਪ ਕੀਤੀ ਹੈ, ਘਬਰਾਉਣ ਦੀ ਕੋਈ ਲੋੜ ਨਹੀਂ। ਸਿਰਫ ਆਇਲਸ ਦੀ ਰਿਕੁਆਇਰਮੈਂਟ ਨੂੰ ਚੇਂਜ ਕਰਕੇ 4 ਨਵੇਂ ਇੰਗਲਿਸ਼ ਟੈਸਟ ਰਿਕੁਆਇਰਮੈਂਟ ਅਸੈਪਟ ਕੀਤੇ ਗਏ ਆ ਉਹਨਾਂ ਸਟੂਡੈਂਟਸ ਲਈ ਜਿਨ੍ਹਾਂ ਦਾ ਸਟੱਡੀ ਗੈਪ ਬਹੁਤ ਜ਼ਿਆਦਾ ਪੈ ਰਿਹਾ ਜਾਂ ਬੱਚਾ ਆਇਲਸ ਕਰਨ ਤੋਂ ਘਬਰਾ ਰਿਹਾ, ਆਇਲਸ ਦੇ ਵਿੱਚ ਬੈਂਡ ਨਹੀਂ ਆ ਰਹੇ ਹੈ। ਸੋ ਸਟੂਡੈਂਟ ਦਾ ਸਟੱਡੀ ਗੈਪ ਉਸ ਦੇ ਨਾਲ ਬਹੁਤ ਵੱਧਦਾ ਜਾ ਰਿਹਾ ਔਰ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਨੂੰ ਐਡਮਿਸ਼ਨ ਨਹੀਂ ਮਿਲੀ ਹੈ। ਸੋ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕੈਨੇਡੀਅਨ ਗਵਰਨਮੈਂਟ ਦੇ ਵੱਲੋਂ ਹਰ ਇੱਕ ਕੋਈ ਵੀ ਪ੍ਰੋਗਰਾਮ ਅਗਰ ਲਾਂਚ ਹੋ ਰਹੀ ਹੈ, ਕੋਈ ਵੀ ਅਪਡੇਸ਼ਨਸ ਆ ਰਹੀ ਹੈ, ਉਹ ਇੰਟਰਨੈਸ਼ਨਲ ਸਟੂਡੈਂਟਸ ਦੇ ਫੇਵਰ ਦੇ ਵਿੱਚ ਹੀ ਹੈ। ਮਿਨੀਮਮ ਬੈਂਡ ਸਕੋਰ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਆਇਲਸ ਦੀ ਰਿਕੁਆਇਰਮੈਂਟ ਓਵਰਆਲ 6 ਬੈਂਡ ਸਕੋਰ ਦੀ ਹੈ। ਅਗਰ ਤੁਸੀਂ PT ਕੀਤੀ ਹੈ ਤਾਂ ਓਵਰਆਲ 60 ਬੈਂਡ ਸਕੋਰ ਦੀ ਹੈ। ਮਿਨੀਮਮ ਚਾਹੇ ਤੁਹਾਡੇ ਇੱਕ ਮੋਡਿਊਲ 'ਚ 5.5 ਹੈ, ਚਾਹੇ ਤੁਹਾਡੇ 2 ਮੋਡਿਊਲ ਦੇ ਵਿੱਚ 5.5 ਬੈਂਡ ਨੇ, ਫਿਰ ਵੀ ਤੁਸੀਂ ਕੈਨੇਡਾ ਲਈ ਆਪਣੀ ਐਪਲੀਕੇਸ਼ਨ ਅਪਲਾਈ ਕਰ ਸਕਦੇ ਹੋ। ਸਟੂਡੈਂਟਸ ਦਾ ਇਹ ਸਵਾਲ ਰਹਿੰਦਾ ਕਿ ਮੇਰੀ ਐਪਲੀਕੇਸ਼ਨ SDS ਕੈਟਾਗਰੀ ਦੇ ਵਿੱਚ ਅਪਲਾਈ ਹੋਏਗੀ ਜਾਂ ਨੋਨ SDS ਕੈਟਾਗਰੀ ਦੇ ਵਿੱਚ ਅਪਲਾਈ ਹੋਏਗੀ। ਸੋ ਜਿਹੜੇ 4 ਨਵੇਂ ਇੰਗਲਿਸ਼ ਲੈਂਗੁਏਜ ਟੈਸਟ ਅਸੈਪਟੇਬਲ ਹੋਏ ਹੈ, ਇਹ ਸਾਰੇ SDS ਕੈਟਾਗਰੀ ਦੇ ਵਿੱਚ ਹੈ। ਸਟੂਡੈਂਟ ਡਾਇਰੈਕਟ ਸਟਰੀਮ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਅਪਲਾਈ ਹੋਏਗੀ। ਬੇਝਿਜਕ ਹੋ ਕੇ ਤੁਸੀਂ ਆਪਣੀ PT ਕਰ ਸਕਦੇ ਹੋ ਜਾਂ ਆਇਲਸ ਕਰ ਸਕਦੇ ਹੋ, ਟੋਫਲ ਸੈਲਪਿਪ ਕਰਕੇ ਆਪਣਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਸਕਦੇ ਹੋ। ਸਟੂਡੈਂਟਸ ਦੀ ਅਗਰ ਪਰਸੈਂਟੇਜ ਦੀ ਅਗਰ ਆਪਾਂ ਗੱਲ ਕਰੀਏ, ਤੁਸੀਂ ਪਰਸੈਂਟੇਜ ਕਹਿ ਰਹੇ ਹੋ, ਸਟੂਡੈਂਟਸ ਮਿਨੀਮਮ 60% ਅਗਰ ਸਟੂਡੈਂਟ ਦੀ ਹੈਗੀ ਹੈ, ਚਾਹੇ ਤੁਸੀਂ ਕਮਰਸ ਦੇ ਸਟੂਡੈਂਟ ਹੋ, ਆਰਟਸ ਹੈ ਜਾਂ ਅਗਰ ਤੁਸੀਂ ਬੈਚਲਰਸ ਕੀਤੀ ਹੋਈ ਹੈ, ਸਭ ਤੋਂ ਪਹਿਲਾਂ ਹੈ ਅਸੈਸਮੈਂਟ। ਚਾਹੇ ਤੁਹਾਡੇ ਬੈਂਡ ਸਕੋਰ ਹੈ, ਚਾਹੇ ਪਰਸੈਂਟੇਜ, ਚਾਹੇ ਤੁਹਾਡੇ ਕੋਰ ਸਬਜੈਕਟਸ ਦੇ ਨੰਬਰ ਹੈ, ਸਭ ਤੋਂ ਪਹਿਲਾਂ ਤੁਸੀਂ ਕੈਨੇਡਾ ਸਟੱਡੀ ਵੀਜ਼ਾ ਜਾਂ ਕਿਸੇ ਵੀ ਕੰਟਰੀ ਲਈ ਅਗਰ ਅਪਲਾਈ ਕਰ ਰਹੇ ਹੋ, ਡਾਕੂਮੈਂਟਸ ਦੀ ਅਸੈਸਮੈਂਟ ਕਰਵਾਉਣ ਤੋਂ ਬਾਅਦ ਹੀ ਆਪਣਾ ਕਾਲਜ, ਯੂਨੀਵਰਸਿਟੀ ਜਾਂ ਕੋਰਸ ਲਈ ਅਪਲਾਈ ਕਰਿਆ ਕਰੋ, ਕਿਉਂਕਿ ਐਜੂਕੇਸ਼ਨ ਅਸੈਸਮੈਂਟ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਆਪਾਂ ਫਰਦਰ ਇੰਟਰਨੈਸ਼ਨਲ ਸਟੱਡੀਜ਼ ਲਈ ਅਪਲਾਈ ਕਰ ਰਹੇ ਹਾਂ। ਬਿਲਕੁਲ ਬਿਲकुल। ਸੋ ਇੱਕ ਕਈ ਵਾਰੀ ਕਿਉਂਕਿ ਬੱਚਿਆਂ ਨੂੰ ਵੀ ਨੌਲੇਜ ਨਹੀਂ ਹੁੰਦੀ ਕਿ ਮੇਰੇ ਪ੍ਰੋਫਾਈਲ ਦੇ ਅਕੋਰਡਿੰਗ ਕਿਹੜਾ ਕਾਲਜ ਸਹੀ ਬੈਠੇਗਾ ਜਾਂ ਕਿਹੜਾ ਕੋਰਸ ਸਹੀ ਬੈਠੇਗਾ। ਸੋ ਅਸੈਸਮੈਂਟ ਤੋਂ ਬਾਅਦ ਹੀ ਤੁਹਾਨੂੰ ਇਹਦੀ ਨੌਲੇਜ ਹੋ ਸਕਦੀ ਹੈ। ਅੱਛਾ, ਤੁਸੀਂ ਕਿਹਾ ਕਿ ਇਸ ਜਿਹੜੇ 4 ਟੈਸਟ ਹੋਏ ਨੇ ਹੁਣ ਇਹ SDS ਕੈਟਾਗਰੀ ਦੇ ਵਿੱਚ, ਰਾਈਟ? ਔਰ ਤੁਸੀਂ 5.5 ਵਾਲੇ ਬੱਚੇ ਵੀ ਕਿਹਾ ਕਿ ਜਿਨ੍ਹਾਂ ਦੇ 2 ਮੋਡਿਊਲ 'ਚ ਉਹ ਵੀ 5.5 ਅਪਲਾਈ ਕਰ ਪਾਉਣਗੇ। ਹੁਣ 2 ਮੋਡਿਊਲ 'ਚੋਂ 5.5 ਵਾਲਾ ਬੱਚਾ ਵੀ SDS ਕੈਟਾਗਰੀ 'ਚ ਹੀ ਆਏਗਾ? ਬਿਲਕੁਲ ਅਪਲਾਈ ਕਰ ਸਕਦੇ, ਬਟ ਕੰਡੀਸ਼ਨ ਇਹ ਹੈ ਕਿ ਤੁਹਾਡੇ ਓਵਰਆਲ 6 ਬੈਂਡ ਸਕੋਰ ਹੋਣੇ ਚਾਹੀਦੇ। ਓਵਰਆਲ 6 ਬੈਂਡ ਸਕੋਰ ਦੇ ਨਾਲ ਅਗਰ ਤੁਸੀਂ 1 ਜਾਂ 2 ਮੋਡਿਊਲ ਦੇ ਵਿੱਚ 5.5 ਬੈਂਡ ਸਕੋਰ ਕਰ ਰਹੇ ਹੋ ਤਾਂ ਵੀ ਤੁਹਾਡੀ ਫਾਈਲ SDS ਕੈਟਾਗਰੀ ਦੇ ਵਿੱਚ ਅਪਲਾਈ ਹੋਏਗੀ। ਤੁਸੀਂ ਪਬਲਿਕ ਕਾਲਜਸ ਦੇ ਵਿੱਚ, ਗਵਰਨਮੈਂਟ ਕਾਲਜਸ ਦੇ ਵਿੱਚ ਆਪਣੀ ਐਪਲੀਕੇਸ਼ਨ ਅਪਲਾਈ ਕਰ ਸਕਦੇ ਹੋ। DLI ਅਪਰੂਵਡ ਕਾਲਜਸ ਜਿਹੜੇ ਤੁਹਾਨੂੰ ਅੱਗੇ ਪੋਸਟ ਸਟੱਡੀ ਵਰਕ ਪਰਮਿਟ ਵੀ ਪ੍ਰੋਵਾਈਡ ਕਰਨਗੇ। ਸੋ ਇਹਨਾਂ ਚੀਜ਼ਾਂ ਦੀ ਜਾਣਕਾਰੀ ਲਈ ਇੱਕ ਵਾਰੀ ਸਟੂਡੈਂਟ ਨੂੰ ਸਾਡੇ ਆਫਿਸ ਵਿਜ਼ਿਟ ਕਰਨਾ ਪਏਗਾ। ਦਿੱਤੇ ਹੋਏ ਨੰਬਰਸ ਤੇ ਕੰਟੈਕਟ ਕਰਕੇ ਤੁਸੀਂ ਆਪਣੇ ਡਾਕੂਮੈਂਟਸ ਵੀ ਸ਼ੇਅਰ ਕਰ ਸਕਦੇ ਹੋ WhatsApp ਤੇ। ਆਪਣੀ ਐਜੂਕੇਸ਼ਨ ਅਸੈਸਮੈਂਟ ਕਰਵਾਉਣ ਤੋਂ ਬਾਅਦ ਹੀ ਤੁਸੀਂ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਦੀ ਆਫਰ ਲੈਟਰ ਅਪਲਾਈ ਕਰਨਾ।
ਬਿਲਕੁਲ ਜੀ। ਸੋ ਸਟੂਡੈਂਟਸ ਜਿਵੇਂ ਕਿ ਹੁਣ 4 ਟੈਸਟ ਔਰ ਸਭ ਤੋਂ ਵੱਡੀ ਗੁੱਡ ਨਿਊਜ਼ ਮਿਲੀ ਹੈਗੀ ਆ ਬੱਚਿਆਂ ਨੂੰ ਜਿਨ੍ਹਾਂ ਦੇ 5.5 ਬੈਂਡ ਹੋਏ ਸੀ। ਬਿਲਕੁਲ। ਬਹੁਤ ਸਾਰੇ ਇਦਾਂ ਦੀ ਬਹੁਤ ਤਮਾਮ ਸਟੂਡੈਂਟ ਸੀਗੇ ਜਿਨ੍ਹਾਂ ਦੇ 1 ਜਾਂ 2 ਮੋਡਿਊਲ 'ਚ 5.5 ਰਹਿ ਜਾਂਦੇ ਸੀ। ਫਿਰ ਕੈਨੇਡਾ ਉਹਨਾਂ ਨੂੰ ਕਈ ਵਾਰੀ ਕਿਹਾ ਜਾਂਦਾ ਸੀ ਕਿ ਤੁਸੀਂ ਹੁਣ ਨਾ ਅਪਲਾਈ ਕਰੋ, ਕਿਸੇ ਹੋਰ ਕੰਟਰੀ 'ਚ ਜਾਣਾ ਪਏਗਾ। ਹੁਣ ਕੈਨੇਡਾ 'ਚ ਤੁਸੀਂ SDS ਕੈਟਾਗਰੀ ਦੇ ਵਿੱਚ ਵੀ ਆ ਸਕਦੇ ਹੋ। ਓਵਰਆਲ 6 ਹੋਣੇ ਚਾਹੀਦੇ ਨੇ ਤੁਸੀਂ। ਬਾਕੀ ਹੁਣ ਜੇਕਰ ਤੁਹਾਡੇ ਬੈਂਡਸ ਨੇ ਜਾਂ ਫਿਰ ਟੋਫਲ PT ਜੋ ਵੀ ਟੈਸਟ ਦਿੱਤੇ ਨੇ, ਜੋ 4 ਟੈਸਟ ਹੁਣ ਨਵੀਂ ਅਪਡੇਟਸ ਤੋਂ ਬਾਅਦ ਲਾਗੂ ਹੋਏ ਨੇ, ਤੁਸੀਂ ਕਿਸੇ ਵੀ ਕੈਟਾਗਰੀ ਦੇ ਵਿੱਚ ਹੁਣ ਅਪਲਾਈ ਕਰ ਸਕਦੇ ਹੋ, ਕੈਨੇਡਾ ਪਹੁੰਚ ਸਕਦੇ ਹੈਗੇ ਹੋ। ਅੱਛਾ ਮੈਮ, ਹੁਣ ਇਸ ਟਾਈਮ ਜੇਕਰ ਮੈਂ ਗੱਲ ਕਰਾਂ ਕਿਹੜਾ ਇਨਟੇਕ ਬੱਚਿਆਂ ਨੂੰ ਮਿਲੇਗਾ ਔਰ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਰਹਿੰਦਾ ਹੈਗਾ ਹੈ? ਦੇਖੋ ਕੈਨੇਡਾ ਦੀ ਜਿਵੇਂ ਮੈਂ ਗੱਲ ਕਰ ਰਹੀ ਹਾਂ, ਕੈਨੇਡਾ ਦਾ ਆਪਾਂ ਕੋਈ ਵੀ ਰੂਲਸ ਦੇਖ ਰਹੇ, ਅਪਡੇਸ਼ਨਸ ਦੇਖ ਰਹੇ, ਤਾਂ ਹਰ ਇੱਕ ਉਹ ਫੇਵਰ ਦੇ ਵਿੱਚ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ। ਚਾਹੇ ਉਹ ਇੰਗਲਿਸ਼ ਲੈਂਗੁਏਜ ਟੈਸਟ ਦੀ ਰਿਕੁਆਇਰਮੈਂਟ ਦੀ ਗੱਲ ਕਰਾਂ, ਚਾਹੇ ਮੈਂ ਪ੍ਰੋਸੈਸਿੰਗ ਟਾਈਮ ਦੀ ਗੱਲ ਕਰਾਂ। ਕੈਨੇਡਾ ਦਾ ਪ੍ਰੋਸੈਸਿੰਗ ਟਾਈਮ ਪਹਿਲਾਂ ਬਹੁਤ ਜ਼ਿਆਦਾ ਹੋ ਗਿਆ ਸੀ। ਸਟੱਡੀ ਵੀਜ਼ਾ ਤੇ ਜਿਹੜੀ ਐਪਲੀਕੇਸ਼ਨਸ ਲੱਗੀਆਂ ਸੀ, ਕਾਫੀ ਜ਼ਿਆਦਾ ਡਿਲੇ ਸੀ, ਸਟੂਡੈਂਟ ਨੂੰ ਡੈਫਰ ਪਾਣੇ ਪੈ ਰਹੀ ਸੀ ਐਪਲੀਕੇਸ਼ਨ, ਜਿਸ ਨਾਲ 1 ਸਾਲ ਤੱਕ ਉਹਨਾਂ ਦੀ ਫਾਈਲ ਸਟ੍ਰੈਚ ਆਊਟ ਹੋ ਜਾਂਦੀ ਸੀ। ਸੋ ਹੁਣ ਦੇ ਟਾਈਮ ਦੇ ਵਿੱਚ ਪ੍ਰੋਸੈਸਿੰਗ ਟਾਈਮ ਬਹੁਤ ਘੱਟ ਹੈ। ਸਟੂਡੈਂਟਸ ਦਾ 1 ਮਹੀਨੇ ਦੇ ਵਿੱਚ ਵੀ ਵੀਜ਼ਾ ਆ ਰਿਹਾ, 2 ਹਫ਼ਤੇ ਦੇ ਵਿੱਚ ਵੀ ਆ ਰਿਹਾ। ਬਟ ਅਗਰ ਮੈਂ ਮੈਕਸਿਮਮ ਟਾਈਮ ਦੀ ਗੱਲ ਕਰਾਂ ਤਾਂ 7 ਵੀਕਸ ਦਾ ਮੈਕਸਿਮਮ ਟਾਈਮ ਹੈ, ਬੱਚਾ ਉਹਦੇ ਵਿੱਚ ਆਪਣਾ ਸਟੱਡੀ ਵੀਜ਼ਾ ਲੈ ਸਕਦਾ ਹੈ। ਬਟ ਇਨਟੇਕ ਸਟੂਡੈਂਟ ਨੂੰ ਵਾਈਜ਼ਲੀ ਚੂਜ਼ ਕਰਨੇ ਪੈਣਗੇ, ਬਿਕੋਜ਼ ਬਹੁਤ ਜਲਦੀ ਕੈਨੇਡਾ ਦੇ ਇਨਟੇਕ ਭਰ ਜਾਂਦੇ ਆ, ਕਿਉਂਕਿ ਮੋਸਟ ਆਫ ਦੇ ਸਟੂਡੈਂਟਸ ਕੈਨੇਡਾ ਉੱਥੇ ਹੀ ਅਪਲਾਈ ਕਰਦੇ ਜਿੱਥੇ ਉਸਦੇ ਜਾਂ ਫਰੈਂਡਸ ਹੋਣਗੇ ਜਾਂ ਰਿਲੇਟਿਵਸ ਹੋਣਗੇ। ਮੋਸਟ ਆਫ ਦਾ ਸਟੂਡੈਂਟ ਓਨਟਾਰੀਓ ਦੇ ਵਿੱਚ, ਬ੍ਰੈਂਪਟਨ, ਟੋਰਾਂਟੋ, ਵੈਨਕੂਵਰ ਵਾਲੀ ਸਾਈਡ ਹੀ ਅਪਲਾਈ ਕਰ ਰਿਹਾ। ਸੋ ਤੁਸੀਂ ਇਹ ਨਾ ਦੇਖੋ ਤੁਹਾਡੀ ਫੈਮਿਲੀ ਜਾਂ ਫਰੈਂਡਸ ਕਿੱਥੇ ਨੇ, ਡਾਕੂਮੈਂਟਸ ਦੀ ਅਸੈਸਮੈਂਟ ਕਰਾਓ। ਅਸੈਸਮੈਂਟ ਤੁਸੀਂ ਲਵੋ ਪੂਰੇ ਕੈਨੇਡਾ ਦੇ ਵਿੱਚ, ਆਲ ਓਵਰ ਕਾਲਜਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ, ਜਿੱਥੇ ਤੁਹਾਡੀ ਫਾਈਲ ਅਸੈਪਟ ਹੋ ਰਹੀ ਹੈ ਉੱਥੇ ਤੁਸੀਂ ਆਪਣੀ ਐਪਲੀਕੇਸ਼ਨ ਅਪਲਾਈ ਕਰੋ। ਅਪਕਮਿੰਗ ਇਨਟੇਕਸ ਦੀ ਜੇਕਰ ਮੈਂ ਗੱਲ ਕਰਾਂ ਤਾਂ ਤੁਸੀਂ ਨਵੰਬਰ ਇਨਟੇਕ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ। ਸਟਿਲ ਹਲੇ ਸੀਟਸ ਅਵੇਲੇਬਲ ਹੈ। 2023 ਦਾ ਲਾਸਟ ਇਨਟੇਕ ਹੈ ਕੈਨੇਡਾ ਸਟੱਡੀ ਵੀਜ਼ਾ ਲਈ, ਅਕਤੂਬਰ ਨਵੰਬਰ ਇਨਟੇਕ। ਜਸਟ ਇਹ ਚੈੱਕ ਕਰੋ ਕਿ ਕਿਹੜਾ ਕਾਲਜ ਤੁਹਾਨੂੰ ਨਵੰਬਰ ਇਨਟੇਕ ਪ੍ਰੋਵਾਈਡ ਕਰ ਰਹੀ ਹੈ, ਕਿਹੜੀ ਯੂਨੀਵਰਸਿਟੀ ਤੁਹਾਨੂੰ ਇਨਟੇਕ ਪ੍ਰੋਵਾਈਡ ਕਰ ਰਹੀ ਹੈ, ਕਿਉਂਕਿ ਇਸ ਤੋਂ ਬਾਅਦ ਜਿਹੜਾ ਨੈਕਸਟ ਇਨਟੇਕ ਹੋਏਗਾ ਉਹ ਜਨਵਰੀ 2024 ਇਨਟੇਕ ਹੋਏਗਾ। ਕਈ ਸਟੂਡੈਂਟਸ ਇਹਦੇ ਵਿੱਚ ਸਟੱਡੀ ਗੈਪ ਬਹੁਤ ਜ਼ਿਆਦਾ ਹੋ ਜਾਂਦਾ, ਕਿਉਂਕਿ ਸਟੂਡੈਂਟ ਆਇਲਸ ਕਰਦੇ ਰਹਿੰਦੇ ਆ, PT ਕਰਦੇ ਰਹਿੰਦੇ, ਬੈਂਡ ਸਕੋਰ ਨਹੀਂ ਇੰਕਰੀਜ਼ ਹੋ ਪਾਉਂਦਾ। ਉਸ ਚੀਜ਼ ਦੇ ਨਾਲ ਸਟੂਡੈਂਟਸ ਦਾ 2-2 4-4 ਸਾਲ ਦਾ ਵੀ ਸਟੱਡੀ ਗੈਪ ਪੈ ਰਿਹਾ। ਸੋ ਆਪਾਂ ਬੈਂਡ ਸਕੋਰ ਦੇ ਵੱਲ ਤਾਂ ਧਿਆਨ ਦੇ ਰਹੇ, ਬਟ ਤੁਸੀਂ ਆਪਣੀ ਐਜੂਕੇਸ਼ਨ ਦੇ ਵੱਲ ਵੀ ਧਿਆਨ ਦੇਣਾ, ਕਿਉਂਕਿ ਤੁਸੀਂ ਅਗਰ +2 ਹੋਲਡਰ ਹੋ, 3 ਤੋਂ 4 ਸਾਲ ਦਾ ਗੈਪ ਹੈ, ਉਹ ਜਸਟੀਫਾਈ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਅਗਰ ਕਿਸੇ ਸਟੂਡੈਂਟ ਨੇ ਬੈਚਲਰ ਕੀਤੀ ਹੈ ਜਾਂ ਮਾਸਟਰਸ ਕੀਤੀ ਹੈ, ਤੁਸੀਂ ਆਪਣਾ ਗੈਪ ਜਸਟੀਫਾਈ ਕਰ ਸਕਦੇ ਹੋ ਆਪਣੇ ਵਰਕ ਐਕਸਪੀਰੀਅੰਸ ਦੇ ਨਾਲ, ਜੌਬ ਦੇ ਨਾਲ। ਬਟ +2 ਤੋਂ ਬਾਅਦ ਸਟੂਡੈਂਟਸ ਲਈ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ। ਅਸੀਂ ਇੱਕ ਸਟੂਡੈਂਟ ਦਾ ਹੁਣ ਵੀ ਵੀਜ਼ਾ ਲਿੱਤਾ ਹੈ, ਰਮਨਦੀਪ ਕੌਰ ਦਾ ਵੀਜ਼ਾ ਹੈ, ਉਹਨਾਂ ਦਾ 8 ਤੋਂ 10 ਸਾਲ ਦੇ ਗੈਪ ਦੇ ਨਾਲ ਵੀਜ਼ਾ ਆਇਆ ਹੈ। ਹਰ ਇੱਕ ਚੀਜ਼ ਨੂੰ ਦੇਖ ਕੇ ਹੀ ਐਪਲੀਕੇਸ਼ਨ ਅਪਲਾਈ ਹੁੰਦੀ ਹੈ। ਇੱਕ ਤੁਸੀਂ ਪੂਰੀ ਸਲਾਹ ਦੇ ਨਾਲ ਹੀ ਆਪਣੀ ਐਪਲੀਕੇਸ਼ਨ ਅਪਲਾਈ ਕਰਿਆ ਕਰੋ। ਇਹ ਨਹੀਂ ਕਿ ਤੁਸੀਂ ਕੋਈ ਵੀ ਕਾਲਜ ਦੇ ਵਿੱਚ ਸਿਰਫ ਪਬਲਿਕ ਪ੍ਰਾਈਵੇਟ ਕਾਲਜ ਦੇਖ ਕੇ ਆਪਣੀ ਐਪਲੀਕੇਸ਼ਨ ਅਪਲਾਈ ਕਰ ਰਹੇ ਹੋ, ਜਾਂ ਤੁਸੀਂ ਪਰਸੈਂਟੇਜ ਦੇਖ ਕੇ ਤੁਸੀਂ ਆਪਣੀ ਐਪਲੀਕੇਸ਼ਨ ਅਪਲਾਈ ਕਰੋ। ਹਰ ਇੱਕ ਚੀਜ਼ ਪ੍ਰੋਪਰ ਕ੍ਰਾਈਟੇਰੀਆ ਐਜੂਕੇਸ਼ਨ ਅਸੈਸਮੈਂਟ ਤੋਂ ਬਾਅਦ ਹੀ ਤੁਸੀਂ ਆਪਣੀ ਐਪਲੀਕੇਸ਼ਨ ਆਫਰ ਲੈਟਰ ਲਈ ਅਪਲਾਈ ਕਰੋ, ਤਾਂ ਕਿ ਤੁਹਾਨੂੰ ਵੀਜ਼ੇ ਦੇ ਵਿੱਚ ਕੋਈ ਪ੍ਰੋਬਲਮ ਨਾ ਆਏ, ਆਫਰ ਲੈਟਰ ਰਿਸੀਵ ਕਰਨ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਏ। ਅੱਛਾ ਮੈਮ, ਇੱਕ ਮੈਂ ਗੱਲ ਕਰਨਾ ਚਾਹਾਂਗੀ, ਕਿਉਂਕਿ ਜਦੋਂ ਅਸੀਂ ਸਾਡੇ ਬੱਚਿਆਂ ਨੇ ਕੈਨੇਡਾ ਜਾਣਾ ਹੁੰਦਾ, ਚਾਹੇ ਕਿਸੇ ਵੀ ਕੰਟਰੀ ਜਾਣਾ, ਆਲਮੋਸਟ 50-60% ਵਾਲੇ 50-60% 50% ਹੀ ਚਲੋ ਮੈਂ ਲਗਾ ਲਾਂ, ਗੱਲ ਕਰਾਂ ਪੰਜਾਬੀ ਸਟੂਡੈਂਟਸ ਦੀ, ਉਹਨੂੰ ਕੋਈ ਕੰਸਰਨ ਨਹੀਂ ਹੁੰਦਾ, ਉਹਨੂੰ ਸਿਰਫ ਲੋਕੇਸ਼ਨ ਉਹ ਚਾਹੀਦੀ ਜਿੱਥੇ ਮੇਰਾ ਰਿਸ਼ਤੇਦਾਰ ਜਾਂ ਫਰੈਂਡਸ ਹੈ। ਕੋਰਸਿਸ ਦੇ ਨਾਲ ਜਾਂ ਕਾਲਜ ਦੇ ਨਾਲ ਉਹਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ, ਉਹਨੂੰ ਹੁੰਦਾ ਬਸ ਮੇਰਾ ਮੋਟਿਵ ਤਾਂ ਕੈਨੇਡਾ ਪਹੁੰਚਣਾ ਹੈਗਾ। ਤੁਸੀਂ ਬੱਚਿਆਂ ਨੂੰ ਕੀ ਐਡਵਾਈਸ ਕਰੋਗੇ ਕਿ ਇੱਕ ਸਹੀ ਕੋਰਸ ਦੀ ਚੋਣ ਵੀਜ਼ਾ ਲਈ ਕਿੰਨੀ ਕੁ ਜ਼ਰੂਰੀ ਹੈਗੀ ਹੈ? ਦੇਖੋ, ਅਗਰ ਆਪਾਂ ਆਪਣੇ ਰਿਸ਼ਤੇਦਾਰਾਂ ਜਾਂ ਫਰੈਂਡਸ ਕੋਲ ਤਦ ਹੀ ਪਹੁੰਚ ਸਕਦੇ ਜਦ ਤੁਸੀਂ ਆਪਣਾ ਵੀਜ਼ਾ ਰਿਸੀਵ ਕਰੋਗੇ। ਸੋ ਜਦੋਂ ਤੁਹਾਡਾ ਵੀਜ਼ਾ ਲੱਗਣਾ, ਕੈਨੇਡਾ ਦਾ ਵੀਜ਼ਾ ਲੱਗਣਾ, ਤੁਸੀਂ ਆਪਣਾ ਕਾਲਜ ਲੈ ਰਹੇ ਹੋ, ਕੋਰਸ ਲੈ ਰਹੇ ਹੋ, ਸਿਰਫ ਤੋਂ ਸਿਰਫ ਤੁਸੀਂ ਇਹ ਦੇਖੋ ਕਿ ਮੇਰੀ ਪ੍ਰੋਫਾਈਲ ਕਿਹੜੇ ਕਾਲਜ ਦੇ ਵਿੱਚ ਐਲੀਜੀਬਲ ਹੈ। ਕਿਉਂਕਿ ਅਗਰ ਆਪਾਂ ਆਪਣੀ ਕੰਟਰੀ ਦੇ ਵਿੱਚ ਹੀ ਜੇਕਰ ਮੈਂ ਗੱਲ ਕਰਾਂ, ਇੱਥੇ ਵੀ ਬਹੁਤ ਸਾਰੇ ਕਾਲਜ ਨੇ, ਯੂਨੀਵਰਸਿਟੀਜ਼ ਨੇ, ਬਟ ਹਰ ਇੱਕ ਦੀ ਹਾਇਰ ਕੱਟ ਆਫ ਜਾਂਦੀ ਹੈ। ਤੁਹਾਡੀ ਐਪਲੀਕੇਸ਼ਨ ਅਗਰ ਤੁਸੀਂ 90% ਹੋਲਡਰ ਹੋ ਤਾਂ ਹੀ ਤੁਹਾਨੂੰ ਐਡਮਿਸ਼ਨ ਇੱਕ ਵਧੀਆ ਕਾਲਜ ਯੂਨੀਵਰਸਿਟੀਜ਼ ਦੇ ਵਿੱਚ ਮਿਲੇਗੀ। ਅਗਰ ਤੁਹਾਡੀ 60% ਕੱਟ ਆਫ ਜਾ ਰਹੀ ਹੈ ਤਾਂ ਤੁਹਾਨੂੰ ਉਸੇ ਅਕੋਰਡਿੰਗਲੀ ਐਡਮਿਸ਼ਨ ਮਿਲੇਗੀ। ਸੋ ਇਸੇ ਲਈ ਕਿਹਾ ਜਾਂਦਾ ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਕਰਵਾਓ। ਇਹ ਨਾ ਦੇਖੋ ਕਿ ਮੇਰਾ ਫਰੈਂਡ ਇੱਥੇ ਗਿਆ ਸੀ ਜਾਂ ਮੇਰੀ ਫੈਮਿਲੀ ਦੇ ਵਿੱਚ ਮੇਰਾ ਕੋਈ ਬ੍ਰਦਰ ਸਿਸਟਰ 3 ਜਾਂ 4 ਸਾਲ ਪਹਿਲਾਂ ਗਿਆ ਸੀ, ਕਿਉਂਕਿ ਟਾਈਮ ਦੇ ਨਾਲ ਕਾਫੀ ਜ਼ਿਆਦਾ ਅਪਡੇਸ਼ਨਸ ਆਉਂਦੀਆਂ ਨੇ, ਰੈਗੂਲਰ ਅਪਡੇਟਸ ਚੱਲਦੀਆਂ ਰਹਿੰਦੀਆਂ ਹਰ ਇੱਕ ਕੰਟਰੀ ਲਈ, ਹਰ ਇੱਕ ਵੀਜ਼ਾ ਪ੍ਰੋਸੈਸ ਲਈ। ਤੁਸੀਂ ਕੋਈ ਵੀ ਜਾਣਕਾਰੀ ਲਈ ਤੁਸੀਂ ਵੈਬਸਾਈਟਸ ਤੇ ਵੀ ਚੈੱਕ ਕਰ ਸਕਦੇ ਹੋ। ਅਫੀਸ਼ੀਅਲ ਵੈਬਸਾਈਟ ਹਰ ਇੱਕ ਕੰਟਰੀ ਦੀ ਅਵੇਲੇਬਲ ਹੈ। ਆਪਣੀ ਫਾਈਲ ਦੀ ਪ੍ਰੋਪਰ
ਪ੍ਰੋਪਰ ਨੌਲੇਜ ਤੁਸੀਂ ਖੁਦ ਰੱਖੋ ਤਾਂ ਕਿ ਕੋਈ ਵੀ ਤੁਹਾਨੂੰ ਮਿਸਗਾਈਡ ਨਾ ਕਰ ਪਾਏ। ਐਪਲੀਕੇਸ਼ਨ ਨੂੰ ਦੇਖ ਕੇ ਹੀ ਤੁਸੀਂ ਆਪਣੀ ਫਾਈਲ ਅੱਗੇ ਕਾਲਜ ਜਾਂ ਯੂਨੀਵਰਸਿਟੀ ਜਾਂ ਲੋਕੇਸ਼ਨ ਉਸੇ ਅਕੋਰਡਿੰਗ ਤੁਸੀਂ ਚੂਜ਼ ਕਰੋ, ਕਿਉਂਕਿ ਵੀਜ਼ਾ ਤੁਹਾਡੀ ਐਪਲੀਕੇਸ਼ਨ ਤੇ ਆਣਾ, ਤੁਹਾਡੀ ਪ੍ਰੈਫਰੈਂਸ ਤੇ ਨਹੀਂ ਆਣਾ। ਜੀ ਅੱਛਾ, ਰਿਫਿਊਜ਼ ਜਿਹੜੇ ਸਟੂਡੈਂਟਸ ਹੋ ਜਾਂਦੇ ਨੇ ਉਹਨਾਂ ਦੀ ਗੱਲ ਕਰਾਂ, ਇੱਕ ਤਾਂ ਚਲੋ ਰਿਫਿਊਜ਼ ਹੋ ਗਏ, ਪਰ ਕੈਨੇਡਾ ਪਤਾ ਲੱਗ ਗਿਆ ਕਿਤੇ ਨਾ ਕਿਤੇ ਸਟੂਡੈਂਟਸ ਨੂੰ ਵੀ ਜੀ। ਦੁਬਾਰਾ ਮੌਕਾ ਦਿੰਦਾ, ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ। ਪਰ ਸਟੂਡੈਂਟਸ ਨੂੰ ਐਡਵਾਈਸ ਕੀ ਕਰੋਗੇ ਕਿ ਆਪਣਾ ਵੀਜ਼ਾ ਲਗਾਉਣ ਤੋਂ ਪਹਿਲਾਂ ਹੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਕਿ ਜੀ। ਰਿਫਿਊਜ਼ ਹੋਏ ਹੀ ਨਾ ਬੱਚਾ? ਦੇਖੋ, ਸਭ ਤੋਂ ਪਹਿਲਾਂ ਇਹ ਚੀਜ਼ਾਂ ਹੁੰਦੀ ਹੈ ਕਿ ਤੁਸੀਂ ਆਪਣੀ ਪ੍ਰੋਫਾਈਲ ਦੇਖੋ। ਤੁਸੀਂ ਇਹ ਨਾ ਦੇਖੋ ਕਿ ਮੇਰੇ ਪਰਸੈਂਟੇਜ ਘੱਟ ਹੈ ਜਾਂ ਬੈਂਡ ਸਕੋਰ ਘੱਟ ਹੈ, ਮੈਨੇ ਇਸੇ ਕਾਲਜ ਜਾਣਾ ਹੈ, ਇਸੇ ਯੂਨੀਵਰਸਿਟੀ ਜਾਣਾ ਹੈ। ਇਸ ਲਈ ਸਭ ਤੋਂ ਪਹਿਲਾ ਸਟੈਪ ਹੈ, ਜਦੋਂ ਤੁਸੀਂ ਸਟੱਡੀ ਵੀਜ਼ਾ ਦੀ ਐਪਲੀਕੇਸ਼ਨ ਅਪਲਾਈ ਕਰ ਰਹੇ ਹੋ, ਅਸੈਸਮੈਂਟ ਕਰਵਾਓ। ਅਸੈਸਮੈਂਟ ਦੇ ਵਿੱਚ ਸਾਰੀ ਚੀਜ਼ਾਂ ਕਵਰ ਹੋ ਜਾਂਦੀਆਂ, ਤੁਹਾਡਾ 10th ਦਾ ਸਕੋਰ, 12th ਦਾ ਸਕੋਰ, ਤੁਹਾਡੇ ਅਕੈਡਮਿਕ ਸਕੋਰ, ਓਵਰਆਲ ਸਕੋਰ ਹੋ ਗਏ, ਪਲੱਸ ਤੁਹਾਡਾ ਆਇਲਸ ਕੀਤੀ, ਤੁਸੀਂ ਪੀਟੀ ਕੀਤੀ ਹੈ, ਉਸ ਦੀ ਪਰਸੈਂਟੇਜ, ਤੁਹਾਡਾ ਸਟੱਡੀ ਗੈਪ ਹੋ ਗਿਆ, ਤੁਹਾਡੀ ਐਪਲੀਕੇਸ਼ਨ ਅਗਰ ਰਿਫਿਊਜ਼ਡ ਹੈ, ਰਿਫਿਊਜ਼ਲ ਦਾ ਕਾਰਨ ਕੀ ਰਿਹਾ ਕਿ ਤੁਹਾਡੀ SOP ਕਰੈਕਟ ਨਹੀਂ ਲਿਖੀ ਗਈ ਸੀ, ਜਾਂ ਤੁਸੀਂ GIC ਨਹੀਂ ਫਿਲ ਕੀਤੀ, ਜਾਂ ਤੁਸੀਂ ਫੀਸ ਨਹੀਂ ਫਿਲ ਕੀਤੀ, ਜਾਂ ਤੁਸੀਂ ਸਭ ਕੁਝ ਕੀਤਾ ਫਿਰ ਵੀ ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਹੈ। ਐਪਲੀਕੇਸ਼ਨ ਰਿਫਿਊਜ਼ ਹੋਣ ਦਾ ਕਾਰਨ ਪਤਾ ਕਰੋ। ਦੇਖੋ, ਮੋਸਟ ਆਫ ਦੀ ਐਪਲੀਕੇਸ਼ਨ ਸਟੂਡੈਂਟ ਤਾਂ ਰਿਫਿਊਜ਼ ਕਰਵਾਉਂਦੇ ਜਿੱਥੇ ਬੱਚਾ ਪੈਕੇਜ ਕਰ ਲੈਂਦਾ ਹੈ। ਪੈਕੇਜ ਦੇ ਵਿੱਚ ਐਜ਼ ਪਰ ਦੀ ਪਾਲਿਸੀਜ਼ ਕੋਈ ਵੀ ਏਜੰਟ ਤੁਹਾਨੂੰ ਕੁਝ ਵੀ ਗਾਈਡ ਨਹੀਂ ਕਰਦਾ ਕਿ ਤੁਹਾਡੇ ਫਾਈਲ ਦੇ ਵਿੱਚ ਜੋ ਵੀ ਰਿਕੁਆਇਰਡ ਡਾਕੂਮੈਂਟਸ ਹੈ ਉਹ ਲਗਾਏ ਗਏ ਕਿ ਨਹੀਂ। ਮੋਸਟ ਆਫ ਦਾ ਟਾਈਮ ਆਪਾਂ ਦੇਖਦੇ ਹਾਂ ਕਿ ਬੱਚੇ ਨੇ ਫੀਸ ਵੀ ਭਰੀ ਹੈ, GIC ਵੀ ਭਰੀ ਹੈ, ਬੈਂਡ ਸਕੋਰ ਵੀ ਅੱਛੇ, ਪਰਸੈਂਟੇਜ ਵੀ ਅੱਛੀ ਹੈ, SDS ਕੈਟਾਗਰੀ ਦੇ ਵਿੱਚ ਫਾਈਲ ਅਪਲਾਈ ਕੀਤੀ ਹੈ, ਬਟ ਐਪਲੀਕੇਸ਼ਨ ਰਿਫਿਊਜ਼ ਹੋ ਰਹੀ ਹੈ। ਉਹਦਾ ਕਾਰਨ ਕੀ ਹੈ ਕਿ ਜੋ ਵੀ ਰਿਕੁਆਇਰਡ ਡਾਕੂਮੈਂਟ ਹੈ ਕੈਨੇਡੀਅਨ ਐਮਬੈਸੀ ਵੱਲੋਂ ਇੱਕ ਇੰਟਰਨੈਸ਼ਨਲ ਸਟੂਡੈਂਟਸ ਲਈ, ਉਹੀ ਅਗਰ ਆਪਾਂ ਪ੍ਰੋਵਾਈਡ ਨਹੀਂ ਕਰ ਰਹੇ ਤਾਂ ਐਪਲੀਕੇਸ਼ਨ ਰਿਫਿਊਜ਼ ਹੀ ਹੋਏਗੀ। ਬੱਚਾ ਜਿਵੇਂ ਆਪਣੇ ਕੋਲ ਆਉਂਦਾ ਆਫਿਸ ਦੇ ਵਿੱਚ, ਅਸੀਂ ਦੇਖਦੇ ਤਾਂ ਸਭ ਤੋਂ ਪਹਿਲਾਂ ਬੱਚੇ ਦਾ ਹੀ ਹੁੰਦਾ ਮੇਰੇ ਬੈਂਡ ਸਕੋਰ ਇੰਨੇ ਆ ਤਾਂ ਮੈਨੂੰ ਤਾਂ ਇੱਕ ਕਾਲਜ ਮਿਲ ਜਾਏਗਾ, ਮੈਨੂੰ ਯੂਨੀਵਰਸਿਟੀ ਮਿਲ ਜਾਏਗੀ, ਬਟ ਬੱਚਾ ਉੱਥੇ ਰਿਕੁਆਇਰਡ ਡਾਕੂਮੈਂਟਸ ਬਾਰੇ ਨਹੀਂ ਸੋਚਦਾ ਜਾਂ ਪਰਸੈਂਟੇਜ ਬਾਰੇ ਨਹੀਂ ਸੋਚਦਾ। ਇਸ ਲਈ ਤੁਹਾਨੂੰ ਕਿਹਾ ਜਾਂਦਾ ਹੈ ਡਾਕੂਮੈਂਟਸ ਲੈ ਕੇ ਆਫਿਸ ਵਿਜ਼ਿਟ ਕਰੋ, ਅਸੈਸਮੈਂਟ ਕਰਾਓ, ਇੱਕ ਡਾਕੂਮੈਂਟਸ ਦੀ ਚੈੱਕਲਿਸਟ ਪ੍ਰੋਪਰ ਆਪਣੇ ਕੋਲ ਰੱਖੋ ਤਾਂ ਕਿ ਜਦੋਂ ਤੱਕ ਤੁਹਾਡੀ ਫਾਈਲ ਦੇ ਵਿੱਚ ਆਫਰ ਲੈਟਰ ਆਣੀ ਹੈ ਜਾਂ ਤੁਸੀਂ GIC ਫਿਲ ਕਰਨੀ ਹੈ, ਐਮਬੈਸੀ ਦੇ ਵਿੱਚ ਫਾਈਲ ਲੌਂਚ ਕਰਨੀ ਹੈ, ਤਦ ਤੱਕ ਤੁਸੀਂ ਆਪਣੇ ਸਾਰੇ ਡਾਕੂਮੈਂਟਸ ਕੰਪਲੀਟ ਕਰਕੇ ਹੀ ਐਮਬੈਸੀ ਦੇ ਵਿੱਚ ਫਾਈਲ ਸਬਮਿਟ ਕਰੋ ਤਾਂ ਕਿ ਵੀਜ਼ਾ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਏ। ਜੀ ਅੱਛਾ ਮੈਮ, ਡਾਕੂਮੈਂਟਸ ਦੀ ਗੱਲ ਕੀਤੀ ਹੈ ਨਾ ਤੁਸੀਂ, ਕੀ ਰਿਕੁਆਇਰਮੈਂਟ ਰਹਿੰਦੀਆਂ ਡਾਕੂਮੈਂਟਸ ਦੀ ਗੱਲ ਕਰਾਂ ਜਦੋਂ ਬੱਚੇ ਨੇ ਵੀਜ਼ਾ ਅਪਲਾਈ ਕਰਨਾ, ਖਾਸ ਕਰਕੇ ਕੈਨੇਡਾ ਔਰ ਨਾਲ ਹੀ ਆਸਟ੍ਰੇਲੀਆ ਦਾ ਬਾਰੇ ਵੀ ਇਹੀ ਸਵਾਲ ਰਹੇਗਾ ਕਿ ਕਿਹੜੀਆਂ ਚੀਜ਼ਾਂ ਦੀ ਸਟਾਰਟਿੰਗ ਦੇ ਵਿੱਚ ਰਿਕੁਆਇਰਮੈਂਟ ਹੁੰਦੀ ਹੈ? ਦੇਖੋ, ਕੈਨੇਡਾ ਦੀ ਤਾਂ ਆਪਾਂ ਗੱਲ ਕਰ ਹੀ ਰਹੇ ਹਾਂ, ਬਟ ਆਸਟ੍ਰੇਲੀਆ ਬਾਰੇ ਮੈਂ ਇਹ ਦੱਸਣਾ ਚਾਹੂੰਗੀ ਕਿ ਆਸਟ੍ਰੇਲੀਆ ਦਾ ਵੀਜ਼ਾ ਇੱਕ ਡਾਕੂਮੈਂਟ ਬੇਸਡ ਵੀਜ਼ਾ ਹੈ। ਅਗਰ ਤੁਸੀਂ ਡਾਕੂਮੈਂਟ ਪ੍ਰੋਪਰ ਨਹੀਂ ਪ੍ਰੋਵਾਈਡ ਕਰ ਰਹੇ, ਚਾਹੇ ਤੁਸੀਂ ਫੰਡਿੰਗ ਦਿਖਾ ਰਹੇ ਹੋ, ਚਾਹੇ ਤੁਸੀਂ ਫੀਸ ਭਰ ਰਹੇ ਹੋ, ਚਾਹੇ ਤੁਹਾਡੇ ਬੈਂਡ ਸਕੋਰ ਕਾਫੀ ਜ਼ਿਆਦਾ ਅੱਛਾ, ਯੂਨੀਵਰਸਿਟੀ ਚੂਜ਼ ਕਰ ਰਹੇ ਹੋ, ਲੈਵਲ 1 ਲੈਵਲ 2 ਦੇ ਕਾਲਜ ਯੂਨੀਵਰਸਿਟੀਜ਼ 'ਚ ਅਪਲਾਈ ਕਰ ਰਹੇ ਹੋ, ਬਟ ਅਗਰ ਤੁਸੀਂ ਰਿਕੁਆਇਰਡ ਡਾਕੂਮੈਂਟਸ ਨਹੀਂ ਪ੍ਰੋਵਾਈਡ ਕਰ ਰਹੇ ਤਾਂ ਤੁਹਾਡਾ ਵੀਜ਼ਾ ਨਹੀਂ ਆਏਗਾ। ਬਿਲਕੁਲ ਸਿੰਪਲ ਜਿਹੇ ਡਾਕੂਮੈਂਟ ਅਗਰ ਆਪਾਂ ਦੇਖਦੇ ਹਾਂ, ਹੁਣ ਸਟੂਡੈਂਟਸ ਦੀ ਫਾਈਲ ਦੇ ਵਿੱਚ ਸਭ ਤੋਂ ਮੇਨ ਡਾਕੂਮੈਂਟ ਜਿਵੇਂ ਆਪਾਂ ਗੱਲ ਕਰਦੇ ਆਪਾਂ 10th 12th ਪ੍ਰੋਵਾਈਡ ਕਰ ਰਹੇ ਹਾਂ, ਪਾਸਪੋਰਟ ਪ੍ਰੋਵਾਈਡ ਕਰ ਰਹੇ ਹਾਂ, IELTS PT ਦਾ ਸਕੋਰ ਕਾਰਡ ਪ੍ਰੋਵਾਈਡ ਕਰ ਰਹੇ ਹਾਂ, ਬਰਥ ਸਰਟੀਫਿਕੇਟ। ਮੋਸਟ ਆਫ ਦੀ ਸਟੂਡੈਂਟ ਬਰਥ ਸਰਟੀਫਿਕੇਟ ਹੀ ਨਹੀਂ ਲਾਉਂਦੇ। ਜਦੋਂ ਆਪਾਂ ਆਪਣੀ ਕੰਟਰੀ ਦੇ ਵਿੱਚ ਐਡਮਿਸ਼ਨ ਲੈ ਰਹੇ ਹਾਂ, ਚਾਹੇ ਤੁਸੀਂ ਡਿਗਰੀ ਕਰ ਰਹੇ ਹੋ, ਚਾਹੇ ਤੁਸੀਂ ਸਕੂਲ ਤੇ ਜਾ ਰਹੇ ਹੋ, ਆਪਾਂ ਨੂੰ ਬਰਥ ਸਰਟੀਫਿਕੇਟ ਲਗਾਉਣਾ ਹੀ ਪੈਂਦਾ, ਬਟ ਸਟੂਡੈਂਟਸ ਉਹ ਵੀ ਸਕਿਪ ਕਰ ਦਿੰਦੇ ਆ। ਜਾਂ ਤੁਸੀਂ ਡਾਕੂਮੈਂਟਸ ਇੰਗਲਿਸ਼ ਟ੍ਰਾਂਸਲੇਟਡ ਨਹੀਂ ਪ੍ਰੋਵਾਈਡ ਕਰ ਰਹੇ, ਜਾਂ ਤੁਸੀਂ ਬੈਂਕ ਸਟੇਟਮੈਂਟ ਨਹੀਂ ਪ੍ਰੋਵਾਈਡ ਕਰ ਰਹੇ, ਪ੍ਰੂਫ ਆਫ ਫੰਡਸ ਨਹੀਂ ਪ੍ਰੋਵਾਈਡ ਕਰ ਰਹੇ, GIC ਤੁਸੀਂ ਭਰੀ ਹੈ ਜਾਂ ਤੁਸੀਂ ਫੰਡਸ ਲਗਾਏ ਆ, ਤੁਸੀਂ ਉਹ ਸਾਰਾ ਕੁਝ ਪ੍ਰੋਵਾਈਡ ਕਰ ਰਹੇ ਹੋ, ਬੈਂਕ ਸਰਟੀਫਿਕੇਟ ਹੋ ਗਿਆ, ਤੁਹਾਡਾ ਬੈਲੈਂਸ ਸਰਟੀਫਿਕੇਟ ਹੋ ਗਿਆ, ਸਟੇਟਮੈਂਟ ਹੋ ਗਈ, ਇਹ ਰਿਕੁਆਇਰਡ ਡਾਕੂਮੈਂਟ, CA ਵੈਲੂਏਸ਼ਨ ਰਿਪੋਰਟ, ਗੋਲਡ ਵੈਲੂਏਸ਼ਨ ਰਿਪੋਰਟ, ਬੱਚੇ ਡਾਕੂਮੈਂਟ ਪ੍ਰੋਵਾਈਡ ਹੀ ਨਹੀਂ ਕਰਦੇ ਕਿਉਂਕਿ ਜਾਂ ਤਾਂ ਏਜੰਟਸ ਦੁਆਰਾ ਉਹਨਾਂ ਨੂੰ ਦੱਸਿਆ ਨਹੀਂ ਜਾਂਦਾ ਜਾਂ ਸਟੂਡੈਂਟਸ ਉੱਥੇ ਨਿਗਲੈਕਟ ਕਰ ਲੈਂਦੇ ਕਿ ਚਲੋ ਮੈਨੇ ਇਹ ਸਾਰੇ ਕ੍ਰਾਈਟੇਰੀਆ ਫੁਲਫਿਲ ਕੀਤੇ, ਡਾਕੂਮੈਂਟਸ ਦੀ ਰਿਕੁਆਇਰਮੈਂਟ ਹੀ ਨਹੀਂ ਹੋਏਗੀ। ਬਟ ਤੁਸੀਂ ਡਾਕੂਮੈਂਟਸ ਪੂਰੇ ਕਰੋ, ਡਾਕੂਮੈਂਟ ਤੁਹਾਡੇ ਐਮਬੈਸੀ ਦੇ ਵਿੱਚ ਪਹੁੰਚेंगे ਤਾਂ ਹੀ ਐਮਬੈਸੀ ਤੁਹਾਨੂੰ ਵੀਜ਼ਾ ਦੇਗੀ। ਬਿਲਕੁਲ, ਇੱਕ ਪ੍ਰੋਪਰ ਡਾਕੂਮੈਂਟਸ ਤਾਂ ਹੋਣਾ ਬਹੁਤ ਜ਼ਰੂਰੀ ਹੈ। ਉਹਦੀ ਚੈੱਕਲਿਸਟ ਜਿਹੜੀ ਉਹ ਇੱਕ ਸਹੀ ਐਡਵਾਈਜ਼ਰ ਕੋਲੋਂ ਤੁਸੀਂ ਹੀ ਐਡਵਾਈਸ ਲੈ ਕੇ ਉਹਦੀ ਚੈੱਕਲਿਸਟ ਬਣਾ ਲਿਆ ਕਰੋ। ਅੱਛਾ ਮੈਮ, ਜਿਵੇਂ ਕਿ ਹੁਣ ਤੁਹਾਡੇ ਕੋਲ ਕਿਸੇ ਨੇ ਪਹੁੰਚਣਾ ਹੋਵੇ, ਕਈ ਵਾਰੀ ਪਟਿਆਲਾ ਤੋਂ ਦੂਰ ਦਾ ਹੁੰਦਾ, ਬੱਚੇ ਨੂੰ ਹੁੰਦਾ ਕਿ ਮੈਨੂੰ ਇੱਕ ਥੋੜਾ ਜਿਹਾ ਹਿੰਟ ਹੋ ਜਾਏ ਵੀਜ਼ਾ ਆਏਗਾ ਤਾਂ ਹੀ ਮੈਂ ਵਿਜ਼ਿਟ ਕਰਾਂ। ਬੱਚਾ ਲਾਈਕ ਕਾਲ ਤੇ WhatsApp ਤੇ ਤੁਹਾਨੂੰ ਡਾਕੂਮੈਂਟ ਸੈਂਡ ਕਰਕੇ ਜਾਂ ਫਿਰ ਈਮੇਲ ਥਰੂ ਜਾਂ ਫਿਰ Zoom ਥਰੂ ਵੀ ਮੀਟਿੰਗਸ ਕਰ ਸਕਦੇ ਹੋ? ਬਿਲਕੁਲ ਪੋਸੀਬਲ ਹੈ। ਤੁਸੀਂ ਆਪਣੇ ਡਾਕੂਮੈਂਟਸ WhatsApp ਨੰਬਰ ਤੇ ਵੀ ਸ਼ੇਅਰ ਕਰ ਸਕਦੇ ਹੋ। ਇੱਕ ਪ੍ਰੋਪਰ ਕੰਸਲਟੈਂਸੀ ਲਈ ਤੁਸੀਂ ਓਵਰ ਦੀ ਕਾਲ ਵੀ ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ। ਤੁਹਾਨੂੰ ਦੇਖੋ ਇੰਨੀ ਦੂਰੋਂ ਦੀ ਤਾਂ ਹੀ ਬੁਲਾਇਆ ਜਾਏਗਾ ਅਗਰ ਤੁਹਾਡੀ ਪ੍ਰੋਫਾਈਲ ਤੇ ਵੀਜ਼ਾ ਆਉਣ ਦੇ ਚਾਂਸਸ ਹੋਣਗੇ ਜਾਂ ਤੁਸੀਂ ਉਸ ਕੰਟਰੀ ਲਈ ਜਾਂ ਕਾਲਜ ਲਈ ਸੁਟੇਬਲ ਹੋਏਗੇ ਜਿੱਥੇ ਤੁਸੀਂ ਆਪਣੀ ਐਪਲੀਕੇਸ਼ਨ ਪ੍ਰੋਸੀਡ ਕਰਨੀ ਹੈ। ਬਿਕੋਜ਼ ਅੱਜ ਦੇ ਟਾਈਮ ਦੇ ਵਿੱਚ ਇੰਨੇ ਦੂਰੋਂ ਆਉਣਾ ਔਰ ਆ ਕੇ ਸਟੂਡੈਂਟਸ ਨੂੰ ਨਾ ਮਿਲ ਰਹੀ ਹੈ, ਉਹ ਕਾਫੀ ਉੱਥੇ ਬੱਚਾ
ਨਾਰਾਜ਼ ਹੋ ਜਾਂਦਾ ਹੈ। ਸੋ ਐਪਲੀਕੇਸ਼ਨ ਦੀ ਪਹਿਲਾਂ ਇਹੀ ਕਿਹਾ ਜਾਂਦਾ ਹੈ ਅਸੈਸਮੈਂਟ ਕਰਾਓ, ਆਨਲਾਈਨ ਤੁਸੀਂ ਆਪਣੇ ਡਾਕੂਮੈਂਟ ਸ਼ੇਅਰ ਕਰ ਸਕਦੇ ਹੋ। ਰਿਕੁਆਇਰਡ ਡਾਕੂਮੈਂਟਸ ਤੁਹਾਡੇ ਰਹਿੰਦੇ ਆ ਅਕੈਡਮਿਕ ਸਕੋਰ ਹੋ ਗਿਆ, ਤੁਹਾਡਾ ਇੰਗਲਿਸ਼ ਸਕੋਰ ਹੋ ਗਿਆ, ਉਹ ਡਾਕੂਮੈਂਟਸ ਪ੍ਰੋਵਾਈਡ ਕਰਕੇ ਤੁਸੀਂ ਪ੍ਰੋਪਰ ਅਸੈਸਮੈਂਟ ਲੈ ਸਕਦੇ ਹੋ। ਅਗਰ ਤੁਹਾਡੀ ਐਪਲੀਕੇਸ਼ਨ ਤੇ ਵੀਜ਼ਾ ਆਂਦਾ ਹੋਏਗਾ ਤਾਂ ਹੀ ਤੁਹਾਨੂੰ ਸੁਜੈਸਟ ਕੀਤਾ ਹੋਏਗਾ, ਅਗਰ ਨਹੀਂ ਵੀ ਆਂਦਾ ਹੋਏਗਾ ਤੁਹਾਨੂੰ ਇਹ ਸੁਜੈਸਟ ਕੀਤਾ ਜਾਏਗਾ ਤੁਸੀਂ ਆਪਣੀ ਕੰਟਰੀ ਚੇਂਜ ਕਰਕੇ ਆਪਣਾ ਵੀਜ਼ਾ ਲੈ ਸਕਦੇ ਹੋ। ਅਗਰ ਤੁਹਾਡੀ ਫਾਈਲ ਆਸਟ੍ਰੇਲੀਆ ਲਈ ਐਲੀਜੀਬਲ ਨਹੀਂ ਹੈ, ਤੁਸੀਂ ਆਪਣੀ ਐਪਲੀਕੇਸ਼ਨ ਯੂਕੇ ਲਈ, ਕੈਨੇਡਾ ਲਈ, ਯੂਐਸਏ ਲਈ ਅਪਲਾਈ ਕਰ ਸਕਦੇ ਹੋ। ਹਰ ਇੱਕ ਚੀਜ਼ ਨੂੰ ਦੇਖ ਕੇ ਹੀ ਐਪਲੀਕੇਸ਼ਨ ਅਪਲਾਈ ਹੁੰਦੀ ਹੈ। ਜਿਵੇਂ ਆਸਟ੍ਰੇਲੀਆ ਦੀ ਅਗਰ ਮੈਂ ਗੱਲ ਕਰਾਂ, ਆਸਟ੍ਰੇਲੀਆ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਸਟੂਡੈਂਟ ਕਹਿੰਦਾ ਕਿ ਮੈਂ ਯੂਨੀਵਰਸਿਟੀ ਆਪਣੀ ਐਪਲੀਕੇਸ਼ਨ ਅਪਲਾਈ ਕਰਨੀ ਹੈ, ਬਟ ਜਦ ਕਿ ਸਟੂਡੈਂਟਸ ਨੂੰ ਇਹ ਵੀ ਪਤਾ ਹੈ ਕਿ ਮੋਸਟ ਆਫ ਦੀ ਯੂਨੀਵਰਸਿਟੀਜ਼ ਨੇ ਪੰਜਾਬ ਦਾ, ਹਰਿਆਣਾ ਦਾ ਸਟੂਡੈਂਟ ਬੈਨ ਕੀਤਾ ਹੋਇਆ, ਸਟੇਟਸ ਬੈਨ ਕੀਤੀਆਂ ਹੋਈਆਂ। ਸੋ ਉਸ ਟਾਈਮ ਤੇ ਅਗਰ ਸਟੂਡੈਂਟ ਜਿੱਦ ਕਰ ਰਿਹਾ ਕਿ ਮੈਂ ਕਾਲਜ ਨਹੀਂ ਜਾਣਾ, ਮੈਂ ਯੂਨੀਵਰਸਿਟੀ ਹੀ ਜਾਣਾ, ਬਟ ਉਹਦੀ ਪ੍ਰੋਫਾਈਲ ਦੇ ਵਿੱਚ ਆਪਾਂ ਦੇਖ ਰਹੇ 2 ਤੋਂ 3 ਸਾਲ ਦਾ ਗੈਪ ਹੈ, ਜਾਂ ਬੈਂਡ ਸਕੋਰ ਬਹੁਤ ਜ਼ਿਆਦਾ ਘੱਟ ਹੈ, ਜਾਂ ਪਰਸੈਂਟੇਜ ਬਹੁਤ ਜ਼ਿਆਦਾ ਘੱਟ ਹੈ, ਤੁਸੀਂ ਯੂਨੀਵਰਸਿਟੀ ਦੇ ਐਡਮਿਸ਼ਨ ਕ੍ਰਾਈਟੇਰੀਆ ਨੂੰ ਜਦ ਫੁੱਲਫਿਲ ਹੀ ਨਹੀਂ ਕਰ ਰਹੀ ਤੁਹਾਡੀ ਐਪਲੀਕੇਸ਼ਨ, ਤੁਸੀਂ ਯੂਨੀਵਰਸਿਟੀ ਅਪਲਾਈ ਨਹੀਂ ਕਰ ਸਕਦੇ। ਚਾਹੇ ਕਾਲਜ ਹੈ ਚਾਹੇ ਯੂਨੀਵਰਸਿਟੀ ਹੈ, ਤੁਹਾਡੀ ਪ੍ਰੋਫਾਈਲ ਜਿੱਥੇ ਅਸੈਪਟੇਬਲ ਹੋਏਗੀ ਐਡਮਿਸ਼ਨ ਨੂੰ, ਉੱਥੇ ਹੀ ਤੁਹਾਨੂੰ ਐਡਮਿਸ਼ਨ ਮਿਲੇਗੀ। ਪ੍ਰੋਫਾਈਲ ਦੇ ਵਿੱਚ ਤੁਸੀਂ ਇਹ ਨਾ ਦੇਖੋ ਮੈਂ ਯੂਨੀਵਰਸਿਟੀ ਅਪਲਾਈ ਕਰਨੀ, ਯੂਨੀਵਰਸਿਟੀ ਦਾ ਸਕਸੈਸ ਰੇਟ ਅੱਛਾ ਹੈ, ਤੁਸੀਂ ਆਫੀਸ਼ੀਅਲ ਵੈਬਸਾਈਟ 'ਤੇ ਚੈੱਕ ਕਰ ਸਕਦੇ ਹੋ। ਆਸਟ੍ਰੇਲੀਆ ਦੀ ਆਫੀਸ਼ੀਅਲ ਵੈਬਸਾਈਟ ਸਬ ਕਲਾਸ 500 ਕੈਟਾਗਰੀ ਦੇ ਵਿੱਚ ਸਟੂਡੈਂਟ ਵੀਜ਼ਾ ਅਪਲਾਈ ਹੁੰਦਾ। ਐਪਲੀਕੇਸ਼ਨ ਉੱਥੇ ਅਪਲਾਈ ਕਰਨ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਕਿ ਤੁਹਾਡੀ ਪ੍ਰੋਫਾਈਲ ਕੀ ਯੂਨੀਵਰਸਿਟੀਜ਼ ਲਈ ਐਲੀਜੀਬਲ ਹੈ ਜਾਂ ਨਹੀਂ, ਕੀ ਤੁਹਾਡੀ ਫਾਈਲ ਦੇ ਉੱਤੇ ਵੀਜ਼ਾ ਆ ਸਕਦਾ ਜਾਂ ਨਹੀਂ। ਹਰ ਇੱਕ ਚੀਜ਼ ਨੂੰ ਦੇਖਣ ਤੋਂ ਬਾਅਦ ਕੋਈ ਵੀ ਗਵਰਨਮੈਂਟ ਕਾਲਜ ਹੈਗਾ ਜਾਂ ਕੋਈ ਵੀ ਗਵਰਨਮੈਂਟ ਅਪਰੂਵਡ ਯੂਨੀਵਰਸਿਟੀ ਹੈ ਤਾਂ ਹੀ ਤੁਹਾਨੂੰ ਆਫਰ ਲੈਟਰ ਇਨੀਸ਼ੀਏਟ ਕਰੇਗੀ, ਅਗਰ ਤੁਸੀਂ ਉਹਨਾਂ ਦੇ ਜੀਟੀ ਪ੍ਰੋਸੈਸ ਨੂੰ ਜਾਂ ਸੀਓਈ ਪ੍ਰੋਸੈਸ ਨੂੰ ਫੋਲੋ ਕਰ ਸਕਦੇ ਹੋ। ਅੱਛਾ, ਜੀਟੀ ਦੀ ਅਸੀਂ ਗੱਲ ਕਰਦੇ, ਜੀਟੀ ਅੱਜ ਦੇ ਟਾਈਮ ਦੇ ਵਿੱਚ ਕਿਹਾ ਜਾਂਦਾ ਕਿ ਆਸਟ੍ਰੇਲੀਆ ਦੇ ਵਿੱਚ ਜੀਟੀ ਕਲੀਅਰ ਕਰਨਾ ਬੜਾ ਮੁਸ਼ਕਿਲ ਹੋ ਗਿਆ। ਬਿਲਕੁਲ ਕਿਸ ਤਰ੍ਹਾਂ ਕਲੀਅਰ ਕੀਤੀ ਜਾ ਸਕਦੀ ਹੈ, ਕਿਹੜੀਆਂ ਪ੍ਰੋਬਲਮ ਸਾਨੂੰ ਜੀਟੀ ਕਲੀਅਰ ਕਰਨ ਦੇ ਵਿੱਚ ਆਉਂਦੀਆਂ? ਜੀਟੀ ਦੇ ਵਿੱਚ ਦੇਖੋ ਉਹਨਾਂ ਸਟੂਡੈਂਟਸ ਨੂੰ ਪ੍ਰੋਬਲਮ ਆਉਂਦੀ ਜਿੱਥੇ ਬੱਚਾ ਕੰਡੀਸ਼ਨਲ ਆਫਰ ਲੈਟਰ ਤਾਂ ਮੰਗਵਾ ਲੈਂਦਾ, ਬਟ ਜਦੋਂ ਜੀਟੀ ਦਾ ਟਾਈਮ ਆ ਜਾਂਦਾ ਕੁਆਲੀਫਾਈ ਨਹੀਂ ਕਰ ਪਾਉਂਦਾ ਜਾਂ ਇੰਟਰਵਿਊ ਨਹੀਂ ਕਰੈਕ ਕਰ ਪਾਉਂਦਾ। ਇਸ ਲਈ ਤਾਂ ਕਿਹਾ ਜਾਂਦਾ ਕਿ ਤੁਸੀਂ ਅਸੈਸਮੈਂਟ ਕਰਵਾਓ। ਤੁਸੀਂ ਇਹ ਜ਼ਿੱਦ ਨਾ ਲਗਾਓ ਮੇਰਾ ਕੋਈ ਰਿਸ਼ਤੇਦਾਰ ਉੱਥੇ ਰਹਿ ਰਿਹਾ, ਮੇਰੀ ਫੈਮਿਲੀ ਉੱਥੇ ਰਹਿ ਰਹੀ ਹੈ, ਜਾਂ ਕੋਈ ਵੀ ਅਗਰ ਆਪਣੇ ਕੋਲ ਪ੍ਰੋਪਰ ਫੰਡਸ ਨਹੀਂ ਹੈ। ਜੀਟੀ ਇਜ਼ ਜੈਨੂਇਨ ਟੈਂਪਰੇਰੀ ਐਂਟਰੀ, ਕਿ ਜਿੰਨੇ ਵੀ ਤੁਸੀਂ ਡਾਕੂਮੈਂਟ ਲਗਾ ਰਹੇ ਹੋ ਜੈਨੂਇਨ ਹੋਣੇ ਚਾਹੀਦੇ ਹਰ ਇੱਕ ਫਾਰਮ ਦੇ ਵਿੱਚ, ਚਾਹੇ ਉਹ ਤੁਹਾਡੇ ਅਕੈਡਮਿਕ ਸਕੋਰ ਨੇ, ਚਾਹੇ ਤੁਹਾਡਾ ਆਇਲਸ ਪੀਟੀ ਸਕੋਰ ਹੈ। ਹਰ ਇੱਕ ਚੀਜ਼ ਨੂੰ ਦੇਖਣ ਤੋਂ ਬਾਅਦ ਹੀ ਜੀਟੀ ਕਲੀਅਰ ਹੋ ਜਾਂਦੀ ਹੈ। ਜੀਟੀ ਦੇ ਵਿੱਚ ਤੁਹਾਡਾ ਅਕੈਡਮਿਕ ਪਲੱਸ ਫਾਈਨੈਂਸ਼ੀਅਲ ਸਕੋਰਸ ਹੀ ਚੈੱਕ ਕੀਤੇ ਜਾਂਦੇ। ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟ ਕੰਪਲੀਟ ਹੈਗੇ ਨੇ, 6 ਮਹੀਨੇ ਪੁਰਾਣੀ ਤੁਸੀਂ ਬੈਂਕ ਸਟੇਟਮੈਂਟ ਪ੍ਰੋਵਾਈਡ ਕਰ ਰਹੇ ਹੋ, ਰਿਕੁਆਇਰਡ ਫੰਡਸ ਪ੍ਰੋਵਾਈਡ ਕਰ ਰਹੇ ਹੋ, ਤਾਂ ਹੀ ਤੁਹਾਡੀ ਜੀਟੀ ਕਲੀਅਰ ਹੋਏਗੀ, ਤਾਂ ਹੀ ਤੁਸੀਂ ਫੀਸ ਤੱਕ ਪਹੁੰਚੋਗੇ। ਇਸ ਲਈ ਕਿਹਾ ਜਾਂਦਾ ਸਟੂਡੈਂਟਸ ਨੂੰ ਅਸੈਸਮੈਂਟ ਕਰਵਾ ਕੇ ਹੀ ਐਪਲੀਕੇਸ਼ਨ ਅਪਲਾਈ ਕਰੋ, ਕਿਉਂਕਿ ਸਟੂਡੈਂਟ ਵੀਜ਼ਾ ਦੀ ਐਪਲੀਕੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਈਟੇਰੀਆਜ਼ ਹੁੰਦੇ, ਬਟ ਅੱਜ ਦੇ ਟਾਈਮ ਦੇ ਵਿੱਚ ਸਟੂਡੈਂਟਸ ਨੂੰ ਇਹ ਲੱਗਦਾ ਕਿ ਅਗਰ ਮੇਰੇ ਬੈਂਡ ਸਕੋਰ ਅੱਛੇ ਆ ਗਏ ਜਾਂ ਮੇਰਾ ਸਟੱਡੀ ਦੇ ਵਿੱਚ ਕੋਈ ਗੈਪ ਨਹੀਂ ਹੈ ਤਾਂ ਮੈਂ ਆਪਣਾ ਮਨਮਰਜ਼ੀ ਦਾ ਕਾਲਜ ਚੂਜ਼ ਕਰ ਸਕਦਾ ਜਾਂ ਮੈਂ ਆਪਣੀ ਯੂਨੀਵਰਸਿਟੀ ਚੂਜ਼ ਕਰ ਸਕਦਾ, ਕੋਈ ਵੀ ਕੋਰਸ ਲੈ ਸਕਦਾ, ਬਟ ਇੱਦਾਂ ਦਾ ਕੁਝ ਨਹੀਂ ਹੈ। ਐਡਮਿਸ਼ਨਸ ਰੈਲੇਵੈਂਟ ਕੋਰਸਿਸ ਦੇ ਵਿੱਚ ਹੀ ਮਿਲੇਗੀ। ਐਡਮਿਸ਼ਨਸ ਤੁਹਾਨੂੰ ਐਡਮਿਸ਼ਨ ਕ੍ਰਾਈਟੇਰੀਆ ਨੂੰ ਅਗਰ ਤੁਸੀਂ ਫੁੱਲਫਿਲ ਕਰ ਰਹੇ ਹੋ ਤਾਂ ਹੀ ਮਿਲੇਗੀ। ਜੀ ਬਿਲਕੁਲ। ਅੱਛਾ, ਆਸਟ੍ਰੇਲੀਆ ਦੇ ਵਿੱਚ ਇੱਕ ਹੋਰ ਵੀ ਗੱਲ ਹੈ ਕਿ ਲਾਈਕ ਜਿਨ੍ਹਾਂ ਦਾ 1 ਸਾਲ ਤੋਂ ਵੀ ਵੱਧ ਗੈਪ ਹੋ ਗਿਆ ਅਪਲਾਈ ਨਹੀਂ ਕਰ ਸਕਦੇ। ਹੁਣ ਜਿਵੇਂ ਕਿ 2023 ਚੱਲਿਆ, ਹੁਣ ਤਾਂ 2024 ਦੇ ਲਈ ਆਲਮੋਸਟ ਐਡਮਿਸ਼ਨਸ ਮਿਲਣਗੀਆਂ। ਹੁਣ 2022 ਵਾਲਾ ਬੱਚਾ ਅਪਲਾਈ ਕਰੇਗਾ ਕਿ ਨਹੀਂ? ਇੱਥੇ ਕਾਫੀ ਸਟੂਡੈਂਟਸ ਨੂੰ ਮੈਮ ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ। ਲਾਈਕ ਅਗਰ ਸਟੂਡੈਂਟ ਨੇ ਬੈਚਲਰਸ ਕੀਤੀ ਹੈ ਜਾਂ ਸਟੂਡੈਂਟ ਦਾ ਸਾਲ 1.5 ਸਾਲ ਦਾ ਗੈਪ ਹੈ, ਬਟ ਉਹਦੇ ਵਿੱਚ ਉਹਨੇ ਡਿਪਲੋਮਾ ਕੀਤਾ ਹੈ ਜਾਂ ਉਹਦੇ ਕੋਲ ਕੋਈ ਵਰਕ ਐਕਸਪੀਰੀਅੰਸ ਹੈਗਾ, ਮਤਲਬ ਗੈਪ ਦੀ ਪ੍ਰੋਪਰ ਜਸਟੀਫਿਕੇਸ਼ਨ ਐਮਬੈਸੀ ਨੂੰ ਦੇ ਸਕਦੇ ਆ, ਕਾਲਜ ਨੂੰ ਦੇ ਸਕਦੇ, ਯੂਨੀਵਰਸਿਟੀ ਨੂੰ ਦੇ ਸਕਦੇ, ਤਾਂ ਬੱਚਾ ਆਪਣੀ ਐਪਲੀਕੇਸ਼ਨ ਅਪਲਾਈ ਕਰ ਸਕਦਾ। ਉਹੀ ਚੀਜ਼ ਮੈਂ ਕਹਿ ਰਹੀ ਹਾਂ, ਦੇਖੋ ਯੂਨੀਵਰਸਿਟੀਜ਼ ਕਾਲਜਿਸ ਬਹੁਤ ਤਰ੍ਹਾਂ ਦੇ ਆ, ਬਟ ਹਰ ਇੱਕ ਨੇ ਆਪਣਾ ਐਡਮਿਸ਼ਨ ਕ੍ਰਾਈਟੇਰੀਆ ਸੈੱਟ ਕਰ ਲਿਆ। ਲਾਈਕ ਇੱਕ ਯੂਨੀਵਰਸਿਟੀ ਨੇ ਕਰ ਲਿਆ ਕਿ ਮੈਂ ਤਾਂ 80% ਵਾਲੇ ਨੂੰ ਐਡਮਿਸ਼ਨ ਦੇਵਾਂਗਾ, ਉਹਦੇ ਈਚ 60 ਬੈਂਡ ਸਕੋਰ ਹੋਣੇ ਚਾਹੀਦੇ ਆ ਜਾਂ ਉਹ ਰੀਸੈਂਟ ਪਾਸ ਆਊਟ ਹੋਣਾ ਚਾਹੀਦਾ, ਸੋ ਉਸੇ ਬੱਚੇ ਨੂੰ ਆਫਰ ਲੈਟਰ ਇਨੀਸ਼ੀਏਟ ਕਰੇਗਾ। ਤੁਸੀਂ ਇਸੇ ਲਈ ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਕਰਵਾਇਆ ਕਰੋ ਕਿ ਤੁਹਾਡੀ ਪ੍ਰੋਫਾਈਲ ਕਿਹੜਾ ਕਾਲਜ ਅਸੈਪਟ ਕਰ ਰਿਹਾ, ਕਿਹੜੇ ਰੀਜਨ ਦੇ ਵਿੱਚ ਤੁਸੀਂ ਅਪਲਾਈ ਕਰਦੇ ਹੋ। ਸੋ ਸਟੂਡੈਂਟਸ ਦੀ ਰਿਕੁਆਇਰਮੈਂਟ ਰਹਿੰਦੀ ਹੈ ਕਿ ਅਸੀਂ ਮੈਲਬਰਨ ਦੇ ਵਿੱਚ ਅਪਲਾਈ ਕਰਨਾ ਹੈ, ਮੇਨ ਸਿਟੀਜ਼ ਦੇ ਵਿੱਚ ਅਪਲਾਈ ਕਰਨਾ ਹੈ, ਮੈਲਬਰਨ, ਬ੍ਰਿਸਬੇਨ, ਕੈਨਬਰਾ, ਸਿਡਨੀ ਦੇ ਵਿੱਚ ਅਪਲਾਈ ਕਰਨਾ ਹੈ। ਬਟ ਇਸ ਟਾਈਮ ਤੇ ਅਗਰ ਮੈਂ ਵੀਜ਼ਾ ਸਕਸੈਸ ਰੇਟ ਦੀ ਗੱਲ ਕਰਾਂ ਤਾਂ ਰੀਜਨਲ ਏਰੀਆ ਦਾ ਵੀਜ਼ਾ ਸਕਸੈਸ ਰੇਟ ਕਾਫੀ ਅੱਛਾ ਆਸਟ੍ਰੇਲੀਆ ਦੇ ਵਿੱਚ। ਤੁਸੀਂ ਐਡੀਲੇਡ ਆਪਣੀ ਫਾਈਲ ਲਗਾਓ, ਪਰਥ ਲਗਾਓ, ਤਸਮਾਨੀਆ ਲਗਾਓ, ਐਪਲੀਕੇਸ਼ਨ ਰਿਫਿਊਜ਼ ਹੋਣ ਦੇ ਚਾਂਸਿਸ ਬਹੁਤ ਹੀ ਜ਼ਿਆਦਾ ਘੱਟ ਜਾਂਦੇ, ਕਿਉਂਕਿ ਉੱਥੇ ਅਗਰ ਮੈਂ ਫੰਡਿੰਗ ਦੀ ਗੱਲ ਕਰਾਂ ਤਾਂ ਵੀ ਬਹੁਤ ਜ਼ਿਆਦਾ ਘੱਟ ਫੰਡ ਰਿਕੁਆਇਰਡ ਨੇ। ਐਂਡ ਐਡਮਿਸ਼ਨ ਕ੍ਰਾਈਟੇਰੀਆ ਦੀ ਗੱਲ ਕਰਾਂ ਤਾਂ ਈਜ਼ੀਲੀ ਬੱਚਿਆਂ ਨੂੰ ਐਡਮਿਸ਼ਨ ਵੀ ਮਿਲ ਜਾਂਦੀ ਹੈ ਐਂਡ ਵੀਜ਼ਾ ਵੀ ਆ ਜਾਂਦਾ ਹੈ, ਔਰ ਕੰਮ ਦੀ ਆਪਸ਼ਨਸ ਵੀ ਕਾਫੀ ਜ਼ਿਆਦਾ ਹੈ ਜੀ। ਅੱਛਾ, ਰੀਜਨਲ ਏਰੀਆ ਦੇ ਵਿੱਚ ਬੱਚਾ ਥੋੜਾ ਜਿਹਾ ਘਬਰਾਉਂਦਾ ਕਿ ਉੱਥੇ ਜੇ ਕੰਮ ਨਹੀਂ ਮਿਲੇਗਾ ਜਾਂ ਫਿਰ ਵਰਕ ਪਰਮਿਟ
ਪੀਆਰ ਦੇ ਵਿੱਚ ਜੀ। ਕਿਤੇ ਨਾ ਕਿਤੇ ਦਿੱਕਤ ਆਏਗੀ? ਵਰਕ ਪਰਮਿਟ ਪੀਆਰ ਦੇ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਬੰਦਾ ਮੈਲਬਨ ਰਹਿ ਰਿਹਾ ਉਹ 7 ਤੋਂ 8 ਸਾਲਾਂ ਦੇ ਵਿੱਚ ਪੀਆਰ ਹੁੰਦਾ, ਔਰ ਅਗਰ ਰੀਜਨਲ ਏਰੀਆ ਦੇ ਵਿੱਚ ਤੁਸੀਂ ਫਾਈਲ ਲਗਾ ਰਹੇ ਹੋ ਤਾਂ ਸਟੂਡੈਂਟ ਨੂੰ ਪਲੱਸ ਬੋਨਸ ਪੁਆਇੰਟ ਮਿਲ ਜਾਂਦੇ ਰੀਜਨਲ ਏਰੀਆ ਤੇ। ਸੋ ਅਗਰ ਤੁਸੀਂ ਪੀਆਰ ਲੈਣੀ ਹੈ ਵਰਕ ਪਰਮਿਟ ਦੇ ਵਿੱਚ ਆਪਣਾ ਐਪਲੀਕੇਸ਼ਨ ਨੂੰ ਪ੍ਰੋਸੀਡ ਕਰਨਾ, ਤੁਹਾਨੂੰ ਬੈਨੀਫਿਟ ਮੀਨਸ ਇਟ ਇਜ਼ ਨਾਲੋਂ ਰੀਜਨਲ ਏਰੀਆ ਦੇ ਵਿੱਚ ਹੋਏਗਾ, ਕਿਉਂਕਿ ਹਰ ਇੱਕ ਕੰਟਰੀ ਦੀ ਗਵਰਨਮੈਂਟ ਪਹਿਲਾਂ ਰੀਜਨਲ ਏਰੀਆ ਨੂੰ ਪ੍ਰਮੋਟ ਕਰਦੀ ਹੈ। ਅਗਰ ਆਪਾਂ ਹੁਣ ਦੇਖੀਏ ਆਲਰੇਡੀ ਮੈਲਬਨ ਦੇ ਵਿੱਚ ਬਹੁਤ ਜ਼ਿਆਦਾ ਸਟੂਡੈਂਟ ਜਾ ਚੁੱਕੇ, ਇੰਟਰਨੈਸ਼ਨਲ ਸਟੂਡੈਂਟਸ ਦੀ ਰਿਕੁਆਇਰਮੈਂਟ ਰੀਜਨਲ ਏਰੀਆ ਦੇ ਵਿੱਚ ਹੈ। ਸੋ ਰੀਜਨਲ ਏਰੀਆ ਦੇ ਵਿੱਚ ਆਪਣੀ ਫਾਈਲ ਅਪਲਾਈ ਕਰੋ, ਇੱਕ ਤਾਂ ਉੱਥੇ ਤੁਹਾਡੇ ਵੀਜ਼ਾ ਚਾਂਸਸ ਜ਼ਿਆਦਾ ਹੋ ਜਾਂਦੇ, ਪਲੱਸ ਤੁਹਾਨੂੰ ਪੀਆਰ ਲਈ ਪੁਆਇੰਟਸ ਜ਼ਿਆਦਾ ਮਿਲ ਜਾਂਦੇ। ਔਰ ਅਗਰ ਮੈਂ ਗੱਲ ਕਰਾਂ ਬੈਂਡ ਸਕੋਰ ਦੀ, ਜੋ ਤੁਸੀਂ ਪੀਆਰ ਪਾਣੀ ਹੈ ਮੈਲਬਨ ਦੇ ਵਿੱਚ 8 ਈਚ ਪੀਟੀ ਦੇ ਵਿੱਚ ਰਿਕੁਆਇਰਮੈਂਟ ਹੈ। ਅਗਰ ਆਪਾਂ ਰੀਜਨਲ ਏਰੀਆ ਦੀ ਗੱਲ ਕਰੀਏ ਤਾਂ ਤੁਸੀਂ 5.5 ਈਚ ਬੈਂਡ ਸਕੋਰ ਤੇ ਵੀ ਆਪਣੀ ਪੀਆਰ ਦੀ ਐਪਲੀਕੇਸ਼ਨ ਪ੍ਰੋਸੀਡ ਕਰਕੇ 4 ਤੋਂ 5 ਸਾਲਾਂ ਦੇ ਵਿੱਚ ਪੀਆਰ ਲੈ ਸਕਦੇ ਹੋ। ਸੋ ਸਟੂਡੈਂਟਸ, ਅੱਜ ਅਸੀਂ ਕੈਨੇਡਾ ਜਾਂ ਫਿਰ ਆਸਟ੍ਰੇਲੀਆ ਦੀ ਗੱਲ ਕੀਤੀ ਹੈ, ਤੁਸੀਂ ਇਹਨਾਂ ਕੰਟਰੀਜ਼ ਦੇ ਵਿੱਚ ਜਾਣਾ ਚਾਹੁੰਦੇ ਹੋ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਰਡ ਐਜੂਕੇਸ਼ਨ ਦੇ ਨਾਲ ਕੰਟੈਕਟ ਕਰ ਸਕਦੇ ਹੋ। ਨੰਬਰ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ, ਕਾਲ ਕਰੋ। ਜਿਵੇਂ ਮੈਮ ਨੇ ਵੀ ਕਿਹਾ, ਅਸੈਸਮੈਂਟ ਬਹੁਤ ਜ਼ਰੂਰੀ ਹੈਗੀ, ਚਾਹੇ ਤੁਹਾਡਾ ਪ੍ਰੋਫਾਈਲ ਵੀਕ ਪ੍ਰੋਫਾਈਲ ਵੀ ਹੈਗਾ, ਤੁਸੀਂ ਵੀ ਇੱਕ ਵਾਰੀ ਅਸੈਸਮੈਂਟ ਲਓਗੇ, ਹੋ ਸਕਦਾ ਕਿ ਤੁਹਾਡਾ ਡ੍ਰੀਮ ਪੂਰਾ ਹੋ ਜਾਏ, ਤੁਹਾਡੀ ਡ੍ਰੀਮ ਡੈਸਟੀਨੇਸ਼ਨ ਦਾ। ਜਾਂ ਫਿਰ ਕਈ ਬੱਚੇ ਇਹ ਸੋਚ ਲੈਂਦੇ ਮੇਰਾ ਤਾਂ ਕਿਤੇ ਵੀ ਨਹੀਂ ਵੀਜ਼ਾ ਆਉਣਾ, ਕਈ ਗੈਪ ਵਾਲੇ ਵੀ ਬਹੁਤ ਇਹ ਚੀਜ਼ਾਂ ਸੋਚ ਕੇ ਬੈਠ ਜਾਂਦੇ ਨੇ। ਹੋ ਸਕਦਾ ਕਿ ਕੁਝ ਥੋੜਾ ਜਿਹਾ ਕੰਟਰੀ ਚੇਂਜ ਕਰਕੇ ਤੁਸੀਂ ਜਿਹੜੀ ਇੰਟਰਨੈਸ਼ਨਲ ਐਜੂਕੇਸ਼ਨ ਹਾਸਿਲ ਕਰ ਪਾਓ। ਸੋ ਇਹ ਸਾਰੇ ਸਵਾਲਾਂ ਦੇ ਜਵਾਬ ਜਾਂ ਫਿਰ ਤੁਹਾਡੇ ਪ੍ਰੋਫਾਈਲ ਦੇ ਅਕੋਰਡਿੰਗ ਤੁਹਾਨੂੰ ਗਾਈਡ ਤਦ ਹੀ ਕੀਤਾ ਜਾਏਗਾ ਜੇਕਰ ਤੁਸੀਂ ਵਰਡ ਐਜੂਕੇਸ਼ਨ ਦੇ ਨਾਲ ਕੰਟੈਕਟ ਕਰੋਗੇ। ਨੰਬਰ ਲਗਾਤਾਰ ਫਲੈਸ਼ ਹੋ ਰਹੇ ਨੇ, ਨੋਟ ਕਰ ਲਓ। ਆਫਿਸ ਦੇ ਵਿੱਚ ਪਹੁੰਚਣਾ ਚਾਹੋ ਤਾਂ ਪਟਿਆਲਾ ਦੇ ਵਿੱਚ ਆਫਿਸ ਹੈਗਾ, ਇੱਥੇ ਪਹੁੰਚੋ। ਸੋ ਥੈਂਕ ਯੂ ਮੈਮ। ਥੈਂਕ ਯੂ। ਸੋ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਵੀ ਦਿਓ ਇਜਾਜ਼ਤ।